ਵਰਲਡ ਹੈਲਥ ਡੇ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਹੈ ਸਿਹਤ ਖੇਤਰ ਦੇ ਵਿੱਚ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨਾ, ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਲੋਕਾਂ ਦੇ ਲਈ ਜਿਹੜੀ ਜਾਗਰੂਕਤਾ ਅਭਿਆਨ ਚਲਾਉਣੇ, ਜਾਗਰੂਕਤਾ ਪੈਦਾ ਕਰਨਾ ਤੇ ਅਜਿਹੇ ਦੇ ਵਿੱਚ ਉਹਨਾਂ ਬਿਮਾਰੀਆਂ ਬਾਰੇ ਚਰਚਾ ਕਰਨਾ ਵੀ ਜ਼ਰੂਰੀ ਬਣ ਜਾਂਦਾ ਹੈ ਜੋ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਚੁਣੌਤੀਆਂ ਵੀ ਕਈ ਸੂਬਿਆਂ ਦੇ ਲਈ ਬਣੀਆਂ ਹੋਈਆਂ ਨੇ। ਖਾਸ ਤੌਰ ਤੇ ਅਸੀਂ ਅੱਜ ਪੰਜਾਬ ਦੀ ਗੱਲ ਕਰਾਂਗੇ ਵਰਲਡ ਹੈਲਥ ਡੇ ਮੌਕੇ ਕਿ ਪੰਜਾਬ ਦੇ ਵਿੱਚ ਕੈਂਸਰ ਨੇ ਕਿਸ ਤਰ੍ਹਾਂ ਆਪਣੇ ਪੈਰ ਪਸਾਰੇ ਨੇ, ਸਭ ਤੋਂ ਜ਼ਿਆਦਾ ਕਿਹੜੀ ਕਿਸਮ ਦਾ ਕੈਂਸਰ ਪੰਜਾਬ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਕਿੰਨੀ ਕਿਸਮਾਂ ਦੇ ਕੈਂਸਰ ਪੰਜਾਬ ਦੇ ਵਿੱਚ ਪਾਏ ਜਾਂਦੇ ਨੇ ਤੇ ਨਾਲ ਹੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਮੌਤ ਦਰ ਕਿੰਨੀ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਪੰਜਾਬ ਦਾ ਇੱਕ ਖੇਤਰ ਹੈ ਮਾਲਵਾ ਜਿਸ ਨੂੰ ਕੈਂਸਰ ਜ਼ੈਨਿਕ ਏਰੀਆ ਕਿਹਾ ਜਾਂਦਾ ਹੈ ਤੇ ਬਹੁਤ ਸਾਰੇ ਕੈਂਸਰ ਇਫੈਕਟਡ ਲੋਕ ਉੱਥੋਂ ਪ੍ਰਭਾਵਿਤ ਹੋ ਕੇ ਜਿਹੜਾ ਹੈ ਵੱਡੇ ਵੱਡੇ ਹਸਪੀਟਲਸ ਦੇ ਵਿੱਚ ਵੀ ਜਾਂਦੇ ਨੇ ਤੇ ਬਹੁਤ ਸਾਰੇ ਅਨਫੋਰਚੂਨੇਟਲੀ ਮੌਤ ਦੇ ਮੂੰਹ ਵਿੱਚ ਵੀ ਚਲੇ ਗਏ ਨੇ। ਤਾਂ ਅੱਜ ਵਰਲਡ ਹੈਲਥ ਡੇ ਦੇ ਮੌਕੇ ਕੈਂਸਰ ਤੇ ਗੱਲਬਾਤ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਡੇ ਨਾਲ ਡਾਕਟਰ ਅੰਮ੍ਰਿਤ ਵਿਰਕ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਕੈਂਸਰ ਦੀ ਸਥਿਤੀ ਨੂੰ ਲੈ ਕੇ। ਮੈਮ ਬਹੁਤ ਬਹੁਤ ਸਵਾਗਤ ਹੈ। ਵਰਲਡ ਹੈਲਥ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਕੈਂਸਰ ਦੀ ਸਥਿਤੀ ਤੇ ਗੱਲ ਕਰਨੀ ਹੈ। ਦੱਸੋ ਕਿ ਪੰਜਾਬ ਦੇ ਵਿੱਚ ਕੈਂਸਰ ਦੀ ਸਥਿਤੀ ਕੀ ਹੈ। ਹਾਂਜੀ, ਥੈਂਕ ਯੂ। ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਆਪਾਂ ਵਰਲਡ ਹੈਲਥ ਡੇ ਦੇ ਮੌਕੇ ਤੇ ਮਿਲੇ ਹੈਗੇ ਆ। ਇਹ ਵਰਲਡ ਹੈਲਥ ਡੇ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਐਂਡ ਜਿਵੇਂ ਆਪਾਂ ਕਿਹਾ ਹੈ ਇਹਦੀ 7 ਅਪ੍ਰੈਲ ਨੂੰ ਇਹਦੀ ਇੱਕ ਥੀਮ ਵੀ ਆਈਡੈਂਟੀਫਾਈ ਕੀਤੀ ਜਾਂਦੀ ਹੈ ਤੇ ਇਸ ਵਾਰ ਦੀ ਥੀਮ ਹੈਗੀ ਹੈ ਹੈਲਥ ਫॉर ਆਲ, ਮਤਲਬ ਸਭ ਲਈ ਸਿਹਤ ਜਿਹੜਾ ਆਪਾਂ ਕਹਿੰਦੇ ਹੈਗੇ ਆ ਨਾ। ਤੇ ਬੇਸਿਕਲੀ ਇਹਦਾ ਕੀ ਮਤਲਬ ਹੈਗਾ ਹੈਲਥ ਫॉर ਆਲ ਦਾ ਮਤਲਬ ਜਿਹੜਾ ਆਪਾਂ ਥੋੜਾ ਜਿਹਾ ਇਹਨੂੰ ਵਿਸਤਾਰ ਵਿੱਚ ਦੱਸੀਏ ਤੇ ਹਰ ਕੋਈ ਮਤਲਬ ਹਰ ਬੰਦਾ ਹਰ ਥਾਂ ਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਉੱਚੇ ਤੋਂ ਉੱਚੇ ਪੱਧਰ ਹੈਲਥ ਸਿਹਤ ਦੇ ਉੱਚੇ ਤੋਂ ਉੱਚੇ ਪੱਧਰ ਨੂੰ ਪ੍ਰਾਪਤ ਕਰ ਸਕੇ ਤੇ ਇਰਰਿਸਪੈਕਟਿਵ ਕਿ ਉਹ ਗਰੀਬ ਹੈ ਕਿ ਅਮੀਰ ਹੈ ਉਹਨੂੰ ਹੈਲਥ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਹੈ ਕਿ ਨਹੀਂ ਅਵੇਲੇਬਲ ਹੈਗੀਆਂ। ਤੇ ਇਸ ਵਾਰ ਦੀ ਥੀਮ ਜਿਵੇਂ ਆਪਾਂ ਆਈਡੈਂਟੀਫਾਈ ਕੀਤੀ ਹੈ ਹੈਲਥ ਫॉर ਆਲ ਐਂਡ ਇਸ ਕਰਕੇ ਥੋੜਾ ਜਿਹਾ ਮੈਂ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਣਾ ਚਾਹਾਂਗੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ 1948 ਵਿੱਚ ਪੂਰੇ ਵਿਸ਼ਵ ਦੇ ਦੇਸ਼ਾਂ ਨੇ ਇਕੱਠੇ ਹੋ ਕੇ ਇਸ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਸੀਗੀ ਤੇ ਇਹਦਾ ਆਈਡੀਆ ਇਹੀ ਸੀਗਾ ਕਿ ਆਪਾਂ ਪੂਰੇ ਵਿਸ਼ਵ ਵਿੱਚ ਸਿਹਤ ਸੰਬੰਧੀ ਅਵੇਅਰਨੈਸ, ਜਿਵੇਂ ਤੁਸੀਂ ਕਿਹਾ ਹੀ ਹੈਗਾ ਕਿ ਜਾਗਰੂਕਤਾ ਕ੍ਰੀਏਟ ਕਰੀਏ ਤੇ ਲੋਕਾਂ ਨੂੰ ਇਸ ਬਾਰੇ ਵੀ ਉਤਸ਼ਾਹਿਤ ਕੀਤਾ ਜਾਵੇ। ਤੇ ਇਸ ਦਿਨ ਨੂੰ ਅਸੀਂ ਮਨਾਉਂਦੇ ਹੈਗੇ ਹਾਂ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਜੇ ਤੱਕ ਸਾਡੀ ਜਿੰਨੀ ਵੀ ਸਫਲਤਾਵਾਂ ਸਿਹਤ ਸੰਬੰਧੀ ਰਹੀਆਂ ਹੈਗੀਆਂ ਹੈ ਤੇ ਅਸੀਂ ਉਹਨਾਂ ਨੂੰ ਯਾਦ ਕਰੀਏ। ਹੁਣ ਤੁਹਾਨੂੰ ਵੀ ਪਤਾ ਹੈਗਾ ਕਿ ਕਮਿਊਨੀਕੇਬਲ ਡਿਜ਼ੀਜ਼ਸ ਪਹਿਲਾਂ ਕਿੰਨੀਆਂ ਜ਼ਿਆਦੀਆਂ ਹੁੰਦੀਆਂ ਸੀਗੀਆਂ ਤੇ ਅਸੀਂ ਹੌਲੀ ਹੌਲੀ ਹੁਣ ਕਮਿਊਨੀਕੇਬਲ ਤੋਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਦੇ ਵੱਲ ਜਾ ਰਹੇ ਹਾਂ। ਜਿਹੜਾ ਡਿਜ਼ੀਜ਼ ਪੈਟਰਨ ਹੈਗਾ ਉਹ ਚੇਂਜ ਹੋ ਚੁੱਕਿਆ ਹੈ ਤੇ ਤੁਸੀਂ ਗੱਲ ਕੀਤੀ ਹੈਗੀ ਹੈ ਕੈਂਸਰ ਦੇ ਬਾਰੇ ਤੇ ਇਹ ਵੀ ਇੱਕ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈਗੀ ਹੈ। ਜਿਵੇਂ ਆਪਣੀ ਦਿਲ ਦੇ ਰੋਗ ਹੋ ਗਏ, ਸਾਹ ਦੀ ਬਿਮਾਰੀਆਂ ਹੋ ਗਈਆਂ, ਕੈਂਸਰ ਹੋ ਗਿਆ ਤੇ ਸਾਹ ਦੀ ਬਿਮਾਰੀਆਂ ਵਿੱਚ ਅਸਥਮਾ ਵਗੈਰਾ ਹੋ ਗਿਆ, ਸਟ੍ਰੋਕ ਹੋ ਗਿਆ, ਇਹਨਾਂ ਸਾਰਿਆਂ ਨੂੰ ਆਪਾਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਕਹਿੰਦੇ ਹੈਗੇ ਆ। ਤੇ ਇਹਨਾਂ ਦਾ ਜਿਹੜਾ ਰੀਜ਼ਨ ਵੀ ਹੈਗਾ ਹੈ ਤੁਹਾਨੂੰ ਪਤਾ ਹੀ ਹੈ, ਓਵਰ ਅ ਪੀਰੀਅਡ ਆਫ ਈਅਰਸ ਪਿਛਲੇ ਮਤਲਬ ਜੇ ਅਸੀਂ 75 ਸਾਲ ਹੀ ਲੈ ਲਈਏ ਤੇ ਕਾਫੀ ਅਰਬਨਾਈਜੇਸ਼ਨ ਇੰਡਸਟਰੀਲਾਈਜੇਸ਼ਨ ਹੋ ਗਈ ਹੈ ਤੇ ਇਸ ਤੋਂ ਇਲਾਵਾ 에ਅਰ ਪੋਲਿਊਸ਼ਨ ਕਿੰਨੀ ਵੱਧ ਚੁੱਕੀ ਹੈ ਤੇ ਆਪਣੀ ਜਿਹੜੀ ਲਾਈਫ ਸਪੈਨ ਹੈਗੀ ਹੈ ਹਿਊਮਨਸ ਦੀ ਉਹ ਵੀ ਕਾਫੀ ਵੱਧ ਚੁੱਕੀ ਹੈ। ਜੇ ਅਸੀਂ ਯਾਦ ਕਰੀਏ ਤੇ 1971 ਵਿੱਚ ਸਮਵੇਅਰ ਜੇ ਇੰਡੀਆ ਵਿੱਚ ਹੀ ਆਪਣੀ ਜਿਹੜੀ ਲਾਈਫ ਸਪੈਨ ਸੀ, ਲਾਈਫ ਐਕਸਪੈਕਟੈਂਸੀ ਉਹ 45 ਸਾਲ ਸੀਗਾ। ਅੱਜ ਦੀ ਡੇਟ ਵਿੱਚ ਆਪਾਂ ਕਹਿੰਦੇ ਹਾਂ 70 ਸਾਲ ਹੈਗਾ ਤੇ ਇਹ ਚੇਂਜ, ਇਹ ਜਿਹੜਾ ਡਿਜ਼ੀਜ਼ ਪੈਟਰਨ ਚੇਂਜ ਹੋਇਆ ਹੈ ਲਾਰਜਲੀ ਇਸ ਕਰਕੇ ਹੀ ਹੋਇਆ ਹੈ ਕਿ ਆਪਾਂ ਇੰਨੀ ਜਿਹੜੀ ਮੈਂ ਹੈਲਥ ਦੀ ਸਫਲਤਾਵਾਂ ਦੀ ਗੱਲ ਕਰ ਰਹੀ ਹੈਗੀ ਹਾਂ, ਵੈਕਸੀਨਸ ਡਿਵੈਲਪ ਹੋਈਆਂ ਹੈ ਤੇ ਇਹ ਵੈਕਸੀਨਸ ਕਰਕੇ ਹੀ ਆਪਾਂ ਸਮੌਲ ਪੌਕਸ ਨੂੰ ਪਿੱਛੇ ਛੱਡ ਚੁੱਕੇ ਹਾਂ। ਇੰਡੀਆ ਵਿੱਚ ਹੁਣ ਆਪਾਂ ਪੋਲੀਓ ਉੱਪਰ ਵੀ ਕਾਫੀ ਹੱਦ ਤੱਕ ਮਤਲਬ ਆਪਣੇ ਕੋਈ ਕੇਸ ਨਹੀਂ ਡਿਟੈਕਟ ਹੋਇਆ, ਐਲੀਮੀਨੇਸ਼ਨ ਸਟੇਟਸ ਆ ਚੁੱਕਿਆ ਹੋਇਆ ਹੈ। ਆਲਦੋ ਵਰਲਡ ਵਿੱਚ ਆਪਣੇ ਪੋਲੀਓ ਦੇ ਫਿਰ ਵੀ ਕੁਛ ਕੇਸਿਸ 3-4 ਕੰਟਰੀਜ਼ ਤੋਂ ਮਿਲ ਜਾਂਦੇ ਹੈਗੇ ਆ। ਬਟ ਹੁਣ ਸਾਡੇ ਲਈ ਜਿਹੜਾ ਕੰਸਰਨ ਵਾਲਾ ਏਰੀਆ ਹੈਗਾ ਉਹ ਹੈ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਐਂਡ ਇਹਨਾਂ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਵਿੱਚ ਹੀ ਜਿਹੜਾ ਆਪਾਂ ਕੈਂਸਰ ਉੱਪਰ ਥੋੜੀ ਜਿਹੀ ਲਾਈਟ ਪਾਉਣਾ ਚਾਹੁੰਦੇ ਹੈਗੇ ਆ। ਨਾਨ ਕਮਿਊਨੀਕੇਬਲ ਡਿਜ਼ੀਜ਼ਸ ਮੈਂ ਦੱਸਣਾ ਚਾਹਾਂਗੀ ਕਿ ਇਨ ਇੰਡੀਆ ਇਟ ਅਕਾਊਂਟਸ ਫॉर ਆਲਮੋਸਟ 63% ਆਫ ਡੈਥਸ, ਮਤਲਬ 63% ਡੈਥਸ ਇੰਡੀਆ ਵਿੱਚ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਕਰਕੇ ਹੁੰਦੀਆਂ ਨੇ ਪਰ ਈਅਰ ਤੇ ਉਸ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ 9% ਜਿਹੜੀ ਡੈਥਸ ਹੈਗੀਆਂ ਉਹ ਕੈਂਸਰ ਕਰਕੇ ਹੁੰਦੀਆਂ ਤੇ ਆਪਣੇ ਲਈ ਡੈਫੀਨੇਟਲੀ ਏਰੀਆ ਆਫ ਕੰਸਰਨ ਹੈਗਾ ਹੈ। ਤੇ ਜੇ ਆਪਾਂ ਪੰਜਾਬ ਵਿੱਚ ਕੈਂਸਰਸ ਦੀ ਗੱਲ ਕਰੀਏ, ਇਨਸੀਡੈਂਸ ਆਫ ਕੈਂਸਰ ਮਤਲਬ ਹਰ ਸਾਲ ਆਪਣੇ ਕਿੰਨੇ ਨਵੇਂ ਕੇਸਿਸ ਕੈਂਸਰ ਦੇ ਆਈਡੈਂਟੀਫਾਈ ਹੁੰਦੇ ਹੈ, ਜਿੱਥੇ ਪੂਰੇ ਇੰਡੀਆ ਵਿੱਚ 7 ਤੋਂ 9 ਲੱਖ ਕੇਸ ਹਰ ਸਾਲ ਨਿਊ ਕੇਸ ਕੈਂਸਰ ਦਾ ਆਈਡੈਂਟੀਫਾਈ ਹੁੰਦਾ ਹੈ। ਪੰਜਾਬ ਵਿੱਚ ਵੀ ਇਹ ਫਿਗਰ ਅਰਾਊਂਡ 6 ਤੋਂ 7 ਲੱਖ ਦੇ ਕਰੀਬ ਹੈਗਾ ਹੈ।
हाँ जी, मतलब ਜਿਹੜਾ ਆਪਾਂ ਇਨਸੀਡੈਂਸ ਦੀ ਗੱਲ ਕਰਦੇ ਹਾਂ ਨਾ, ਦਿਸ ਇਜ਼ ਪਰ ਲੱਖ ਪੋਪੂਲੇਸ਼ਨ। ਤੋ ਆਪਣੇ ਪੰਜਾਬ ਵਿੱਚ ਜਿਹੜਾ ਇਨਸੀਡੈਂਸ ਹੈਗਾ ਹੈ, ਉਹ ਹੈਗਾ ਅਰਾਊਂਡ 2300 ਪਰ ਲੱਖ ਪੋਪੂਲੇਸ਼ਨ। ਤੇ ਆਪਾਂ ਪੰਜਾਬ ਦੀ ਪੋਪੂਲੇਸ਼ਨ ਦੀ ਗੱਲ ਕਰੀਏ, ਨੇੜੇ ਤੇੜੇ ਵੀ ਆਰ ਅਬਾਊਟ 3 ਕਰੋੜ। ਸੋ ਨੈਚੁਰਲੀ ਇਫ ਯੂ ਕਨਵਰਟ ਇਟ, ਜਦੋਂ ਆਪਾਂ ਦੇਖ ਲੈਂਦੇ ਹਾਂ, ਤੇ ਇਟ ਕਮਸ ਟੂ ਅਰਾਊਂਡ 6 ਤੋਂ 7 ਲੱਖ ਪਰ ਈਅਰ ਨਵਾਂ ਕੇਸ ਕੈਂਸਰ ਦਾ ਆਈਡੈਂਟੀਫਾਈ ਹੁੰਦਾ ਹੈ। ਐਂਡ ਜੇ ਆਪਾਂ ਥੋੜਾ ਹੋਰ ਬਾਰੀਕੀ ਵਿੱਚ ਜਾਈਏ ਤੇ ਮੇਲਸ ਵਿੱਚ ਕਿਹੜੇ ਕੈਂਸਰਸ ਹੈਗੇ ਆ, ਫੀਮੇਲਸ ਵਿੱਚ ਕਿਹੜੇ ਕੈਂਸਰਸ ਹੈਗੇ ਆ। ਮੇਲਸ ਵਿੱਚ ਖਾਸ ਕਰ ਇੱਥੇ ਦੇਖਿਆ ਗਿਆ ਹੈ ਈਸੋਫੇਜੀਅਲ ਕੈਂਸਰ, ਮਤਲਬ ਜਿਹੜੀ ਆਪਣੀ ਖਾਣੇ ਦੀ ਨਲੀ ਹੁੰਦੀ ਹੈ ਉਸ ਦਾ ਕੈਂਸਰ, लंग कैंसर, प्रोस्टेट कैंसर, देन इवन माउथ कैंसर और टंग कैंसर, ये मेल्स में ज़्यादा पाए जाते हैं पंजाब विच। तो फीमेल्स विच कैंसर ब्रेस्ट, कैंसर यूट्रस, यूट्रस का भी एक पार्ट होंदा है सर्विक्स, उसकी दैट इज़ सेकेंड इन नंबर। एंड देन अगेन वी हैव ईसोफेजियल कैंसर। तो मतलब मेल्स दी कैंसर पैटर्न अलग है, फीमेल्स का कैंसर पैटर्न अलग है। एंड ज़्यादा तो ज़्यादा जो तुसीं हुण मालवा बेल्ट की भी गल की है, अराउंड 2002-2005 बड़ी रिपोर्ट्स आ रही सीगियां कि मालवा बेल्ट हैज़ कम अप एज अ कैंसर बेल्ट। एंड सानू पता ही हैगा कि पंजाब एक एग्रीकल्चरल स्टेट है, तो इस एग्रीकल्चरल स्टेट में जो ग्रीन रेवोल्यूशन आई सी उदों इट कन्वर्टेड इनटू अ प्रॉस्परस स्टेट। एंड बिकॉज ऑफ दैट एग्रीकल्चरल स्टेट है तो इत्थे यूज़ ऑफ पेस्टिसाइड्स, वीडिसाइड्स, फंगीसाइड्स, कैमिकल्स काफ़ी ज़्यादा इस्तेमाल किए जाते हैं। तो उदों इन्हां दे विच रिलेशनशिप एक आइडेंटिफाई करने की कोशिश की गई सी। एंड इस तो बाद फिर बड़े सारे साइंटिफिक स्टडीज़ भी कीतियां गईयां हैगियां। पर्टिकुलरली मैं इत्थे मैंशन करना चाहांगी एक साडी गवर्नमेंट ऑफ इंडिया ने शुरू की है नैशनल कैंसर रजिस्ट्री प्रोग्राम। ये कैंसर रजिस्ट्री प्रोग्राम ICMR इंडियन काउंसिल ऑफ मैडिकल रिसर्च का एक हिस्सा हुंदा हैगा। नैशनल डिजीज़ इन्फॉर्मेटिक्स एंड रिसर्च सेंटर जिहड़ा बेंगलोर विच हैगा। तो इस कैंसर रजिस्ट्री अपनी दो किस्म की होंदी हैगी, एक पॉपूलेशन बेस्ड रजिस्ट्री और एक हॉस्पिटल बेस्ड रजिस्ट्री। तो PGI चंडीगढ़ ने टाटा मैमोरियल सेंटर बॉम्बे ते होमी भाभा कैंसर रिसर्च इंस्टीट्यूट के नाल लग के पंजाब दी 4 डिस्ट्रिक्ट्स ये हैगा अपना मानसा, मोहाली, बठिंडा, सॉरी संगरूर ते चंडीगढ़। इत्थे इन्होंने स्टडी की आइडेंटिफाई करने लई कि इत्थे की रीजनस हैगे कि कैंसर इन्ना ज़्यादा वध के आ रहा हैगा। तो मतलब इन्हां विचों ही जिहड़ा मैं हुण तुहानूं दस्सिआ है कि मेल्स विच ये कैंसरस अवेलेबल हैगे ज़्यादा हुंदे हैं ते फीमेल्स विच ये कैंसरस हुंदे हैं, इन्हां विचों ही सानूं पता चलिया हैगा। तो उदों उस टाइम ते हुंदा सीगा कि बिकॉज इत्थे कैंसर डायग्नोस्टिक एंड ट्रीटमेंट फैसिलिटीज़ इंडिया नहीं अवेलेबल सीगियां। तो अबोहर तो एक ट्रेन चलती है बीकानेर वाल, तो मोस्ट ऑफ द पीपल जिहड़े इत्थे कैंसर डायग्नोज होंदे सी वो उत्थे ट्रीटमेंट लई जांदे सीगे। बट हुण गवर्नमेंट ऑफ पंजाब ने बड़ी सारी इहो जिहियां स्कीमां भी चला लियां हैगियां ते अच्छे नवे हॉस्पिटल भी बन चुके हैं। तो अपने हॉस्पिटल बेस्ड रजिस्ट्री पटियाला मैडिकल कॉलेज जिन्ने भी मैडिकल कॉलेजेस हैगे उन्हां थ्रू चलती हैगी है। तो इस तो इलावा मुल्लांपुर भी हुण जिहड़ा होमी भाभा रिसर्च कैंसर इंस्टीट्यूट खुलिया हैगा, फिर एडवांस कैंसर रिसर्च इंस्टीट्यूट बठिंडे भी हैगा। तो नाउ अ लॉट ऑफ वर्क इज़ बीइंग डन इन दिस एरिया बाय गवर्नमेंट ऑफ पंजाब। और एक तुहानूं पता ही होएगा कि अपने एक पंजाब की स्कीम भी हैगी मुख्य मंत्री कैंसर राहत कोष, जिस विच 1.5 लाख की फाइनैंशियल असिस्टेंस दी जाती है हर कैंसर पेशेंट नूं फॉर डायग्नोसिस एज वेल एज ट्रीटमेंट। सो ये करके हुण जिहड़े डेफिनेटली मैं ये नहीं कह सकती कि असी बिल्कुल ही कैंसर ऊपर मतलब कवर कर लिया उन्होंने कंप्लीटली और हुण कोई कैंसर के केसेस नहीं आते हैगे। कैंसर इज़ देयर एंड जिहड़ा कैंसर हैगा है लोगों को जागरूक ये करने की लोड़ हैगी है कि कैंसर इज़ द कॉज जिहड़ा हैगा है वो मल्टी फैक्टोरीयल हैगा है, वो एक चीज़ करके नहीं हुंदा। उहदे विच एनवायरनमेंटल फैक्टर्स हैं, तुहाडे बिहेवियरल फैक्टर्स हैं, तुहाडे जेनेटिक फैक्टर्स हैं। तो लोगों को ये समझना जरूरी है कि जे आपां अपने बिहेवियरल फैक्टर्स जिहड़े लाइफस्टाइल फैक्टर्स हैं उन्होंने कंट्रोल कर लीए तो एटलीस्ट एक जिहड़ा पासा हैगा है कैंसर कॉजेशन का असी उन्होंने तो एटलीस्ट कंट्रोल कर सकते हैं। सो इसकी जागरूकता करना लोगों में बहुत बहुत ज़रूरी हैगा है। पर्टिकुलरली जो बिहेवियरल फैक्टर्स जिवें अपने की डाइट खानी हैगी है, ज़्यादा फैट ले रहे हो कि ज़्यादा फाइबर ले रहे हो, फिर तुसी सेडेंटरी एक्टिविटीज़ हैं फिजिकल एक्टिविटी अपनी इंक्लूड करो। उस तो इलावा एल्कोहल, टोबैको यूज़, तंबाकू का इस्तेमाल, शराब का इस्तेमाल अपन नूं पता ही हैगा कि पंजाब विच इन्हां दी भी वरतों काफ़ी ज़्यादा हैगी है। तो इन्हां दा रोल भी कैंसरस विच बहुत ज़्यादा इंपॉर्टेंट प्ले करता हैगा। ਤੇ ਜਦੋਂ ਮੈਮ ਅਸੀਂ ਕੌਜ਼ ਫਾਈਂਡ ਕਰਦੇ ਹਾਂ ਕੈਂਸਰ ਦੇ, ਜਿਸ ਤਰ੍ਹਾਂ ਤੁਸੀਂ ਇਹ ਦੱਸੇ ਨੇ ਕਿ ਤੰਬਾਕੂ ਹੋ ਗਿਆ, ਐਲਕੋਹਲ ਹੋ ਗਿਆ, ਹੈ ਨਾ, ਤੇ ਜਦੋਂ ਅਸੀਂ ਕੌਜ਼ ਫਾਈਂਡ ਆਊਟ ਕਰਦੇ ਹਾਂ ਤਾਂ ਸਾਨੂੰ ਇਹੀ ਕੌਜ਼ ਮਿਲਦੇ ਨੇ ਕੈਂਸਰ ਦੇ, ਕਿ ਕੁਝ ਆਈਡੈਂਟੀਫਾਈ ਅਨਆਈਡੈਂਟੀਫਾਈਡ ਟਿਸ਼ੂ ਵੀ ਜਿਹੜੇ ਬੋਡੀ 'ਚ ਪਾਏ ਜਾਂਦੇ ਨੇ ਕੈਂਸਰ ਨੂੰ ਲੈ ਕੇ?
ਨਹੀਂ ਐਸੇ ਕੋਈ ਅਨਆਇਡੈਂਟੀਫਾਈਡ ਟਿਸ਼ੂਜ਼ ਇੱਥੇ ਨਹੀਂ ਹੁੰਦੇ ਹੈ, ਬਟ ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ এনवायरमेंटल ਔਰ ਬਿਹੇਵੀਅਰਲ ਫੈਕਟਰਸ ਹੁੰਦੇ ਆ, ਇਦਾਂ ਹੀ ਕੁਝ ਜੈਨੇਟਿਕ ਫੈਕਟਰਸ ਵੀ ਹੁੰਦੇ ਆ ਜਿਹੜੇ ਆਪਣੇ ਕੰਟਰੋਲ ਵਿੱਚ ਨਹੀਂ ਹੈਗੇ, ਠੀਕ ਹੈ ਨਾ। ਬਟ ਜਦੋਂ ਅਸੀਂ ਕਾਜ਼ ਵੀ ਫਾਈਂਡ ਕਰਦੇ ਹਾਂ, ਇਦਾਂ ਨਹੀਂ ਹੁੰਦਾ ਕਿ ਅਸੀਂ ਹਰ ਕੈਂਸਰ ਪੇਸ਼ੈਂਟ ਦੇ ਕਾਜ਼ ਇਦਾਂ ਹੀ ਆਇਡੈਂਟੀਫਾਈ ਕਰ ਲਈ ਕਿ ਕਿਉਂਕਿ ਇਹ ਸ਼ਰਾਬ ਜ਼ਿਆਦਾ ਪੀਂਦਾ ਸੀ ਇਸ ਕਰਕੇ ਇਹਨੂੰ ਹੀ ਕੈਂਸਰ ਹੋ ਗਿਆ, ਅਨਲੈਸ ਇਟ ਇਜ਼ ਵੈਰੀ ਸਪੈਸੀਫਿਕ। ਜੇ ਕਿਸੇ ਦਾ ਲਿਵਰ ਕੈਂਸਰ ਹੈ, ਸਾਨੂੰ ਪਤਾ ਹੈ ਕਿ ਬੰਦਾ ਸਾਰਾ ਟਾਈਮ ਸ਼ਰਾਬ ਪੀਂਦਾ ਰਹਿੰਦਾ ਹੈ, ਫਿਰ ਅਸੀਂ ਕਹਿ ਸਕਦੇ ਹਾਂ ਕਿ ਹਾਂ ਇੱਕ ਕਾਜ਼ਲ ਐਸੋਸੀਏਸ਼ਨ ਲੱਗਦੀ ਹੈਗੀ ਹੈ। ਜੇ ਫੇਫੜਿਆਂ ਦਾ ਕੈਂਸਰ ਹੈ ਤੇ ਸਾਨੂੰ ਪਤਾ ਹੈ ਕਿ ਬੰਦਾ ਤੰਬਾਕੂ ਲੈਂਦਾ ਸੀਗਾ, ਫਿਰ ਇਹ ਤਾਂ ਸਾਇੰਟੀਫਿਕਲੀ ਪ੍ਰੂਵਨ ਸਟੱਡੀ ਸਾਡੇ ਕੋਲ ਹੈਗਾ ਰਿਸਰਚ ਇਦਾਂ ਦੀ ਜਿਹੜੀ ਆਇਡੈਂਟੀਫਾਈਡ ਕਾਜ਼ਸ ਹੈਗੇ, ਬਟ ਮੋਸਟ ਆਫ ਦ ਟਾਈਮਸ ਆਪਾਂ ਇਦਾਂ ਆਇਡੈਂਟੀਫਾਈ ਨਹੀਂ ਕਰ ਸਕਦੇ, ਠੀਕ ਹੈ ਨਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਮਲਟੀ ਫੈਕਟੋਰੀਅਲ, ਬੜੇ ਸਾਰੇ ਫੈਕਟਰਸ ਇਹਦੇ ਵਿੱਚ ਪਲੇ ਕਰਦੇ ਹੈਗੇ ਆ ਇੰਪੋਰਟੈਂਟ ਰੋਲ। ਤੇ ਇਸ ਕਰਕੇ ਆਈ ਐਮ ਕਮਿੰਗ ਬੈਕ ਟੂ ਦੈਟ ਪੁਆਇੰਟ ਕਿ ਜਾਗਰੂਕ ਕਰਨਾ ਲੋਕਾਂ ਨੂੰ ਜ਼ਿਆਦਾ ਜ਼ਰੂਰੀ ਹੈ। ਤੁਸੀਂ ਆਪਣੀ ਹਾਈਜੀਨ ਦਾ ਖਿਆਲ ਰੱਖੋ, ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖੋ, ਫਿਜ਼ੀਕਲ ਐਕਟੀਵਿਟੀ ਦਾ ਖਿਆਲ ਰੱਖੋ, ਇੰਨੀ ਅਵੇਅਰਨੈਸ ਲੈ ਕੇ ਆਓ ਕਿ ਜੇ ਕੋਈ ਵਾਰਨਿੰਗ ਸਾਈਨਸ ਐਂਡ ਸਿੰਪਟਮਸ ਆਪਣੇ ਵਿੱਚ ਆਉਂਦੇ ਹਨ, ਤੁਸੀਂ ਠੀਕ ਟਾਈਮ ਰਾਹੀਂ ਡਾਕਟਰ ਦੇ ਕੋਲ ਚਲੇ ਜਾਓ, ਉਹਨੂੰ ਇਨਵੈਸਟੀਗੇਟ ਕਰਾਓ ਤੇ ਜਲਦੀ ਤੋਂ ਜਲਦੀ ਟ੍ਰੀਟਮੈਂਟ ਸ਼ੁਰੂ ਕਰੋ। See what is cancer? Cancer is uncontrolled growth of body ਦੇ ਜਿਹੜੇ ਸੈਲਸ ਹੁੰਦੇ ਆ, ਠੀਕ ਹੈ ਨਾ। ਤੇ ਜੇ ਆਪਾਂ ਇਹਨੂੰ ਜਲਦੀ ਆਈਡੈਂਟੀਫਾਈ ਕਰ ਸਕਦੇ ਹਾਂ, ਇਹਦੇ ਬੜੇ ਹੀ ਸਿੰਪਲ ਜਿਹੇ ਲੱਛਣ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਵਾਰਨਿੰਗ ਸਾਈਨਸ ਐਂਡ ਸਿੰਪਟਮਸ ਕਹਿੰਦੇ ਆ। ਫੋਰ ਐਗਜ਼ਾਮਪਲ ਜੇ ਕਿਸੇ ਦਾ ਵਜ਼ਨ ਘੱਟ ਹੋਈ ਜਾ ਰਿਹਾ ਹੈ, ਠੀਕ ਹੈ, ਜੇ ਕਿ ਬਿਨਾਂ ਕਿਸੇ ਰੀਜ਼ਨ ਤੋਂ, ਜੇ ਕਿਸੇ ਨੂੰ ਪਰਸਿਸਟੈਂਟ ਮਤਲਬ ਲੰਬੇ ਟਾਈਮ ਤੋਂ ਖਾਂਸੀ ਰਹਿ ਰਹੀ ਹੈ ਜਾਂ ਆਵਾਜ਼ ਵਿੱਚ ਬਦਲਾਵ ਆ ਰਿਹਾ ਹੈ, ਜੇ ਕੋਈ ਬੋਡੀ ਤੇ ਤਿਲ ਹੈਗਾ ਜਾਂ ਕੋਈ ਵਾਟ ਹੈਗਾ ਹੈ ਜੋ ਗਰੋ ਹੋ ਰਿਹਾ ਹੈ ਸਾਈਜ਼ ਵਿੱਚ, ਤੇ ਜਿਵੇਂ ਬ੍ਰੈਸਟ ਕੈਂਸਰ ਦਾ ਆਪਾਂ ਸਪੈਸੀਫਿਕਲੀ ਕਹੀਏ ਤੇ ਜੇ ਕੋਈ ਲੰਪ ਜਾਂ ਹਾਰਡ ਗਰੋਥ ਹੈਗੀ ਹੈ ਬ੍ਰੈਸਟ ਵਿੱਚ, ਇਹ ਚੀਜ਼ਾਂ ਆਮ ਤੌਰ ਤੇ ਆਈਡੈਂਟੀਫਾਈ ਕੀਤੀਆਂ ਜਾ ਸਕਦੀਆਂ ਨੇ ਹਰ ਇਨਸਾਨ ਤੋਂ ਆਪਣੇ ਆਪ ਹੀ। ਤੇ ਜੇ ਕੋਈ ਐਕਸਟਰਾ ਬਲੀਡਿੰਗ ਹੋ ਰਹੀ ਹੈ ਕਿਸੇ ਵੀ ਨੈਚੁਰਲ ਓਪਨਿੰਗ ਤੋਂ, ਸੋ ਜੇ ਜਦੋਂ ਇਦਾਂ ਦੀਆਂ ਚੀਜ਼ਾਂ ਜੇ ਤੁਸੀਂ ਜਲਦੀ ਟਾਈਮ ਤੇ ਆਈਡੈਂਟੀਫਾਈ ਕਰ ਲਓ, ਲੋਕਾਂ ਨੂੰ ਪਤਾ ਹੋਏ ਕਿ ਹਾਂ ਇਹ ਨਾਰਮਲ ਨਹੀਂ ਹੈਗਾ, ਜਦੋਂ ਇਹ ਪਤਾ ਹੋਏਗਾ ਕਿ ਨਾਰਮਲ ਨਹੀਂ ਹੈ, ਤੁਸੀਂ ਡਾਕਟਰ ਦੇ ਕੋਲ ਟਾਈਮਲੀ ਜਾ ਸਕਦੇ ਹੋ, ਤੁਸੀਂ ਇਨਵੈਸਟੀਗੇਟ ਕਰਾ ਸਕਦੇ ਹੋ। ਐਂਡ ਜੇ ਇਨਵੈਸਟੀਗੇਟ ਉਪਰੰਤ ਕੁਝ ਪਤਾ ਚੱਲਦਾ ਹੈਗਾ ਕਿ ਕੈਂਸਰਸ ਗਰੋਥ ਹੈਗੀ ਹੈ, ਫਿਰ ਉਹਨੂੰ ਆਪਾਂ ਜਲਦੀ ਤੋਂ ਜਲਦੀ ਟ੍ਰੀਟ ਕਰ ਸਕਦੇ ਹਾਂ। ਕੈਂਸਰ ਦੀ ਸਭ ਤੋਂ ਡਰਨ ਵਾਲੀ ਗੱਲ ਇਹੀ ਹੈਗੀ ਹੈ ਕਿ ਉਹ ਜਦੋਂ ਅਨਕੰਟਰੋਲਡ ਸੈਲਸ ਦੀ ਗਰੋਥ ਹੁੰਦੀ ਹੈ ਨਾ, ਉਹ ਬੋਡੀ ਦੇ ਪੂਰੇ ਕਿਸੇ ਵੀ ਆਰਗਨ ਨੂੰ ਅਫੈਕਟ ਕਰ ਸਕਦੀ ਹੈ ਤੇ ਪੂਰੀ ਬੋਡੀ ਤੇ ਫੈਲ ਸਕਦੀ ਹੈ। ਤੇ ਜਦੋਂ ਇੱਕ ਵਾਰੀ ਉਹ ਮੈਟਾਸਟੈਸਿਸ ਵਾਲੀ ਸਟੇਜ ਤੇ ਚਲਾ ਗਿਆ, ਬਹੁਤ ਫੈਲ ਗਿਆ, ਤੇ ਫਿਰ ਉਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਠੀਕ ਹੈ। ਤੇ ਜਲਦੀ ਤੋਂ ਜਲਦੀ ਜੇ ਤੁਸੀਂ ਸਕਰੀਨ ਕਰਕੇ ਉਹਨੂੰ ਆਈਡੈਂਟੀਫਾਈ ਕਰ ਲੈਂਦੇ ਹੋ ਤੇ ਉਸ ਦੀ ਟ੍ਰੀਟਮੈਂਟ ਵੀ ਹੈਗੀ ਹੈ। ਬਾਕੀ ਆਪਣੀ ਗਵਰਨਮੈਂਟ, ਜਿਹੜਾ ਮੈਂ ਤੁਹਾਨੂੰ ਕਿਹਾ ਹੀ ਹੈਗਾ ਕਿ ਪੰਜਾਬ ਗਵਰਨਮੈਂਟ ਵੀ ਇਸ ਵੱਲ ਬਹੁਤ ਧਿਆਨ ਦੇ ਰਹੀ ਹੈਗੀ ਹੈ, ਜਿਹੜੇ ਨਵੇਂ ਆਪਣੇ ਕੈਂਸਰ ਇੰਸਟੀਟਿਊਟਸ ਖੁੱਲ੍ਹੇ ਹੈਗੇ ਹੈ, ਐਂਡ ਜਿਹੜੀ ਮੁੱਖ ਮੰਤਰੀ ਆਪਣੀ ਕੈਂਸਰ ਰਾਹਤ ਕੋਸ਼ ਸਕੀਮ ਵੀ ਹੈਗੀ ਹੈ। ਐਂਡ ਬਾਕੀ ਵਧੇਰੇ ਜਾਣਕਾਰੀ ਲਈ ਇੱਕ ਟੋਲ ਫ੍ਰੀ ਨੰਬਰ ਵੀ ਹੈਗਾ 104, ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਇਸ ਮਾਮਲੇ ਵਿੱਚ ਚਾਹੀਦੀ ਹੋਏ ਉਹ ਉਸ 'ਤੇ ਕੰਟੈਕਟ ਕਰ ਸਕਦੇ ਹੈਗੇ ਹੈ। ਐਂਡ pbhealth.gov.in ਤੇ ਸਾਰੀ ਇਨਫੋਰਮੇਸ਼ਨ ਵੀ ਅਵੇਲੇਬਲ ਹੈਗੀ ਹੈ, ਜਿਸ ਨੂੰ ਅਗਰ ਕੋਈ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੋਏ। ਸੋ ਮੈਂ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸਨ ਡਾਕਟਰ ਅੰਮ੍ਰਿਤ ਵਿਰਕ, ਜਿਨ੍ਹਾਂ ਦੇ ਨਾਲ ਅਸੀਂ ਵਰਲਡ ਹੈਲਥ ਡੇ ਮੌਕੇ ਪੰਜਾਬ ਦੇ ਵਿੱਚ ਕੈਂਸਰ ਦੀ ਸਥਿਤੀ ਤੇ ਗੱਲਬਾਤ ਕੀਤੀ ਹੈ, ਕਿਉਂਕਿ ਵਰਲਡ ਹੈਲਥ ਡੇ ਦਾ ਮਕਸਦ ਹੀ ਲੋਕਾਂ ਨੂੰ ਬਿਮਾਰੀਆਂ ਲਈ ਜਾਗਰੂਕ ਕਰਨਾ ਹੈ ਤੇ ਉਹਨਾਂ ਬਿਮਾਰੀਆਂ ਨੂੰ ਲੈ ਕੇ ਚਿੰਤਨ ਵੀ ਕਰਨਾ ਹੈ, ਜਿਹੜੀਆਂ ਬਿਮਾਰੀਆਂ ਸਮਾਜ ਲਈ, ਖਾਸ ਤੌਰ ਤੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ, ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ। ਸੋ ਕੈਂਸਰ ਦੇ ਪੰਜਾਬ ਦੇ ਵਿੱਚ ਕੇਸਿਸ ਜ਼ਿਆਦਾ ਜ਼ਰੂਰ ਨੇ, ਪਰ ਹੌਲੀ ਹੌਲੀ ਜਾਗਰੂਕਤਾ ਰਾਹੀਂ, ਹੌਲੀ ਹੌਲੀ ਲੋਕਾਂ ਨੂੰ ਜਿਹੜੇ ਅਭਿਆਨ ਚਲਾਏ ਜਾ ਰਹੇ ਨੇ, ਜਾਗਰੂਕਤਾ ਅਭਿਆਨ, ਉਹਨਾਂ ਰਾਹੀਂ ਸਮਝਾਇਆ ਜਾ ਰਿਹਾ ਤੇ ਕਿਤੇ ਨਾ ਕਿਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਪੂਰੀ ਤਰ੍ਹਾਂ ਠੱਲ ਪੈ ਗਈ, ਪਰ ਕਿਤੇ ਨਾ ਕਿਤੇ ਕੈਂਸਰ ਦੇ ਜਿਹੜੇ ਕੇਸਿਸ ਨੇ ਉਹਨਾਂ ਨੂੰ ਘੱਟ ਕਰਨ ਦੇ ਜਿਹੜੀਆਂ ਕੋਸ਼ਿਸ਼ਾਂ ਨੇ ਮੈਡੀਕਲ ਵਿਭਾਗ ਦੇ ਵੱਲੋਂ ਜਾਰੀ ਨੇ। ਕੈਮਰਾਮੈਨ ਕ੍ਰਿਸ਼ਨ ਕੁਮਾਰ ਦੇ ਨਾਲ ਕਮਲਜੀਤ ਕੌਰ, ETV ਭਾਰਤ, ਚੰਡੀਗੜ੍ਹ।